ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀ ਰਤ ਕੀ। ਗੁਰੂ ਰਾਮਦਾਸ ਰਾਖਹੁ ਸਰਨਾਈ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। आप लिहो तुम कथा सुधारी। हम ना सकत कर सिफत तुम्हारी। आप लिहो तुम कथा सुधारी। सतनाम श्री वाहिगुरु साहिब जी। आसा महला चौथा। तू करता सचियार मैडा साई। जो तो भावै सोई थीसी। जो तू देह सोई हाँ पाई। तू करता सचियार मैडा साई। जो तो भावै सोई थीसी। जो तू देह सोई हो पाए। वाहिगुरु जी का खालसा वाहिगुरु जी की फतेह। गरीब नवाज सतगुरु महाराज खंडा ब्रह्मंडा दे मालक चावर छतर तख्तां पर सुभाईमान दसां ही पातशाहियां दी आत्मिक जोत स्वरूप गुरशब्दा अवतार धन सतगुरु श्री गुरु ग्रंथ साहिब महाराज जी की अपार रहमत बख्शिश दा सदका अमृत वेले तो सुंदर दीवान सजे हन। सजे हुए दीवाना दे विच श्री नितनेम दियां पावन पवित्र बाणी दे पाठ होए। श्री सुखमनी साहिब जी दे जाप उपरंत आसा जी की वार दे कीर्तन होए। सतगुरु पातशाह जी की रहमत सदका समा होया गुरबाणी की लड़ीवार कथा विचार दा। आओ जिमें सतगुरु सच्चे पातशाह जी ने रहरास की बाणी विच आउण वाले शब्दां की विचार बख्शिश की है। सो पुरख निरंजन हर पुरख निरंजन ये सतगुरां ने उपदेश बख्शिश किया। कल दे दीवाना विच अगे जिमें सतगुरु पातशाह जी किरपा कर रहे ने। आओ विचारा सरवण करके लाहा प्राप्त करिए जी। वाहिगुरु साहिब जी। आसा महला चौथा। तू करता सचियार मैडा साई। सतगुरु महाराज सच्चे पातशाह गुरु रामदास पातशाह जी आसा राग दे विच ये शब्द उच्चारण करते हैं, उपदेश देंदे हैं सिखां नूं। परमेश्वर दे अगे किमें बेनती करी जाती है, किमें वो परमेश्वर दे अगे अरदास अरजोई की जाती है। क्योंकि अरदास तो बिना महाराज सच्चे पातशाह कहते कोई कारज सवर नहीं सकता। किसी कारज नूं प्रारंभ करन तो पहलों अपने इष्ट देव नूं ध्याउणा यह हर एक धर्म दे विच पहल के आधार ते है। हर एक धर्म का बंदा कोई काम करन तो पहलों अपने इष्ट देव नूं पूजदा है, उहदी आराधना करदा है। इवें ही सच्चे पातशाह ने सिखां नूं अरदास बख्शिश की है। वैसे तो गुरु गोबिंद सिंह महाराज जी ने 101 अरदास इतिहास दे विच
ਜੋ ਸਤਿਗੁਰਾਂ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਉਹ ਦਰਜ ਹੈ ਕਿ ਸਿੱਖ ਨੇ ਰੋਜ਼ਾਨਾ 101 ਅਰਦਾਸ ਕਰਨੀ ਹੈ। ਇਸ ਤੋਂ ਮੰਤਵ ਇਹ ਸੀ ਕਿ ਦਿਨ ਦੇ ਵਿੱਚ ਅਰਦਾਸ ਕਰਦਿਆਂ ਗੁਜ਼ਰ ਜਾਵੇ ਤੇ ਹਰ ਵੇਲੇ ਗੁਰੂ ਦੇ ਨਾਮ ਦਾ ਚੇਤਾ ਰਵੇ। ਅਰਦਾਸ ਸਿੱਖ ਕਰਦਾ ਰਹੇ, ਹਰ ਕਾਰਜ ਦੇ ਪ੍ਰਾਰੰਭ ਵਿੱਚ ਅਰਦਾਸ ਕਰੇ। ਇਉਂ ਹੀ ਸਾਰਾ ਦਿਨ ਬਤੀਤ ਹੋ ਜਾਵੇ, ਗੁਰੂ ਦੇ ਯਾਦ ਦੇ ਵਿੱਚ ਸਾਰਾ ਦਿਨ ਬਤੀਤ ਹੋ ਕਰਕੇ ਲੇਖੇ ਦੇ ਵਿੱਚ ਪੈ ਜਾਵੇ। ਕੋਈ ਮੰਗ ਸਤਿਗੁਰਾਂ ਤੋਂ ਮੰਗਣੀ, ਕੋਈ ਸੁੱਖ ਮੰਗਣਾ, ਕੋਈ ਧੀਆਂ ਪੁੱਤਰਾਂ ਦੀ ਸੁੱਖ ਸ਼ਾਂਤੀ, ਕੋਈ ਘਰ ਪਰਿਵਾਰ ਦੀ ਸ਼ਾਂਤੀ ਮੰਗਣੀ, ਇਹ ਦਾਤਾਂ ਤੇ ਹਰ ਕੋਈ ਸੱਚੇ ਪਾਤਸ਼ਾਹ ਤੋਂ ਮੰਗ ਲੈਂਦਾ ਹੈ। ਪਰ ਅਸਲ ਦਾਤ ਕੀ ਹੈ? ਉਸ ਪਰਮੇਸ਼ਰ ਤੋਂ, ਗੁਰੂ ਤੋਂ ਮੰਗਣਾ ਕੀ ਚਾਹੀਦਾ ਹੈ। ਤੇ ਮਹਾਰਾਜ ਪਾਤਸ਼ਾਹ ਨੇ ਮੰਗਣ ਦੇ ਪ੍ਰਥਾਏ ਵੀ ਦੱਸਿਆ ਕੀ ਮੰਗਣਾ ਤੇ ਮੰਗਣਾ ਕਿਵੇਂ ਹੈ, ਉਹ ਵੀ ਸਤਿਗੁਰਾਂ ਨੇ ਰੀਤੀ ਬਾਣੀ ਦੇ ਵਿੱਚ ਦਰਸਾਈ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਦੋ ਚੀਜ਼ਾਂ ਐਸੀਆਂ ਜਿਹੜਾ ਸਦਾ ਗੁਰੂ ਤੋਂ ਮੰਗਣੀਆਂ ਚਾਹੀਦੀਆਂ ਨੇ। ਇੱਕ ਤੇ ਸੱਚੇ ਪਾਤਸ਼ਾਹ ਕਹਿੰਦੇ ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ। ਜੇਕਰ ਮੰਗਣਾ ਹੀ ਹੈ, ਪਾਤਸ਼ਾਹ ਕਹਿੰਦੇ ਮੰਗਣ ਦੇ ਵਿੱਚੋਂ ਨੀਕਾ ਚੰਗਾ ਇਹੋ ਹੀ ਹੈ ਕਿ ਉਸ ਪਰਮੇਸ਼ਰ ਦਾ, ਜਿਹੜਾ ਪਰਮੇਸ਼ਰ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਉਹਦਾ ਹਰ ਜਸ ਮੰਗਣਾ ਕਰੀਏ। ਉਹਦਾ ਨਾਮ ਸਿਮਰਨ, ਬਾਣੀ ਦਾ ਅਭਿਆਸ, ਇਹ ਪਰਮੇਸ਼ਰ ਤੋਂ ਮੰਗਣਾ ਕਰੀਏ। ਤੇ ਦੂਜਾ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਇਹ ਮੰਗ ਕਰਕੇ ਆਪਣੇ ਜੀਵਨ ਦੇ ਵਿੱਚ ਧਿਆ ਲਿਆ ਉਸ ਪਰਮੇਸ਼ਰ ਨੂੰ, ਪਰਮੇਸ਼ਰ ਦੇ ਵਿੱਚ ਏਕਮਿਕ ਹੋ ਗਏ ਹੈ, ਅਭੇਦਤਾ ਪ੍ਰਾਪਤ ਹੋ ਗਈ ਹੈ। ਫਿਰ ਜਿਨ੍ਹਾਂ ਨੂੰ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨੀ ਕਿਹਾ, ਸਾਧੂ ਕਿਹਾ, ਸੰਤ ਵੀ ਕਿਹਾ, ਮਹਾਤਮਾ ਵੀ ਕਹਿ ਕਰਕੇ ਸਤਿਗੁਰਾਂ ਨੇ ਨਿਵਾਜਿਆ ਹੈ। ਦੂਜੀ ਮੰਗ ਪਾਤਸ਼ਾਹ ਕਹਿੰਦੇ ਇਹ ਰੱਖੋ ਕਿ ਮਹਾਰਾਜ ਜੀ ਪਾਵੋ ਦਾਨ, ਢੀਠ ਹੋਏ ਮੰਗੋ, ਮੁਖ ਲਾਗੈ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਇਹ ਸਤਿਗੁਰੂ ਮਹਾਰਾਜ ਆਪਣੇ ਸੰਤ ਜਨਾਂ ਨੇ ਜਿਨ੍ਹਾਂ ਨੇ ਮਨ ਨੂੰ ਸ਼ਾਂਤ ਕਰ ਲਿਆ, ਐਸੇ ਸੰਤਾਂ ਦੇ ਚਰਨਾਂ ਦੀ ਸੇਵਾ, ਚਰਨਾਂ ਦੀ ਧੂੜੀ ਬਖਸ਼ਿਸ਼ ਕਰੋ। ਇਹ ਦੋ ਮੰਗਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਪਰਮੇਸ਼ਰ ਤੋਂ ਮੰਗਣੀਆਂ ਚਾਹੀਦੀਆਂ। ਤੇ ਮੰਗਣੀਆਂ ਕਿਵੇਂ ਹੈ ਕਿ ਢੀਠ ਹੋਏ ਮੰਗੋ, ਢੀਠ ਹੋ ਕਰਕੇ ਮੰਗਣੀ ਹੈ। ਜਿਵੇਂ ਬੱਚਾ ਪਿਤਾ ਦੇ ਕੋਲੋਂ ਢੀਠ ਹੋ ਕਰਕੇ ਕੋਈ ਮੰਗ ਕਰਦਾ ਹੈ, ਪਹਿਲੋਂ ਭਾਵੇਂ ਉਹਦਾ ਪਿਤਾ ਇਨਕਾਰ ਕਰੇ, ਪਰ ਜਦੋਂ ਢੀਠਤਾ ਤੇ ਹੱਠ ਧਾਰ ਕਰਕੇ ਮੰਗਦਾ ਹੈ, ਫਿਰ ਕੁਝ ਸਮੇਂ ਬਾਅਦ ਇੱਕ ਨਾ ਇੱਕ ਦਿਨ ਉਹਦੀ ਮੰਗ ਉਹ ਪੂਰੀ ਹੋ ਹੀ ਜਾਂਦੀ ਹੈ। ਐਵੇਂ ਮਹਾਰਾਜ ਕਹਿੰਦੇ ਗੁਰੂ ਦੇ ਕੋਲੋਂ ਮੰਗਣਾ ਤੇ ਢੀਠ ਹੋ ਕਰਕੇ ਬੱਚੇ ਦੀ ਤਰ੍ਹਾਂ, ਪਰਮੇਸ਼ਰ ਦੇ ਬੱਚੇ ਬਾਰਕ ਬਣ ਕੇ ਕਿ ਮਹਾਰਾਜ ਤੂੰ ਹੀ ਮੇਰਾ ਮਾਤਾ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ। ਤੇ ਜੇ ਬੱਚੇ ਸਮਝਿਆ ਆਪਣੇ ਆਪ ਨੂੰ, ਫਿਰ ਪਾਤਸ਼ਾਹ ਕਹਿੰਦੇ ਭਾਈ ਬੱਚਿਆਂ ਦੀ ਤਰ੍ਹਾਂ ਜਿਵੇਂ ਬੱਚਾ ਆਪਣੇ ਮਾਂ ਪਿਓ ਤੋਂ ਵਸਤੂ ਮੰਗਦਾ, ਚੀਜ਼ ਮੰਗਦਾ, ਕੋਈ ਪਦਾਰਥ ਮੰਗਦਾ, ਇਵੇਂ ਪਰਮੇਸ਼ਰ ਤੋਂ ਫਿਰ ਉਹਦਾ ਨਾਮ ਜਾਂ ਉਹਦੇ ਸਾਧੂਆਂ ਦੀ ਸੰਗਤ, ਚਰਨਾਂ ਦੀ ਧੂੜੀ ਮੰਗਣਾ ਕਰੋ, ਸੇਵਾ ਮੰਗਣਾ ਕਰੋ। ਅਰਦਾਸ ਅਰਜ਼ੋਈ ਸਤਿਗੁਰੂ ਪਾਤਸ਼ਾਹ ਦੇ ਅੱਗੇ ਇਉਂ ਕਰੋ, ਜਾਂ ਸੰਤਾਂ ਦੇ ਅੱਗੇ ਜਾ ਕਰਕੇ ਫਿਰ ਅਰਦਾਸ ਅਰਜ਼ੋਈਆਂ ਕਰੋ। ਅਰਦਾਸ ਦਾ ਢੰਗ ਕੀ ਦੱਸਿਆ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਉਂ ਹੱਠ ਦੇ ਨਾਲ ਮੰਗੋ ਜੇਕਰ ਵਸਤੂ ਮੰਗਣੀ ਹੈ, ਜਾਂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਜੇਕਰ ਚਾਹੀਦੀ ਹੈ, ਸੰਤਾਂ ਮਹਾਂਪੁਰਖ ਜਿਹੜੇ ਪਹੁੰਚੇ ਹੋਏ ਆ ਉਸ ਰਸਤੇ ਉੱਪਰ, ਉਹ ਜਾ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਪਾਓ, ਉਹਨਾਂ ਤੋਂ ਬੇਨਤੀਆਂ ਕਰੋ, ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਵੇ ਕਾ ਚਾਓ। ਉਹਨਾਂ ਸੰਤਾਂ ਦੀ, ਉਹਨਾਂ ਮਹਾਂਪੁਰਸ਼ਾਂ ਦੀਆਂ ਬੇਨਤੀਆਂ, ਅਰਜ਼ੋਈਆਂ, ਮਿੰਨਤਾਂ ਕਰੋ ਕਿ ਮੈਨੂੰ ਪ੍ਰਭੂ ਦੇ ਨਾਲ ਮਿਲਾ ਦਿਓ, ਮੈਨੂੰ ਵੀ ਪਰਮੇਸ਼ਰ ਦੇ ਆਨੰਦ ਦਾ ਰਸ ਬਖਸ਼ਿਸ਼ ਕਰ ਦਿਓ।
ਉਹਨਾਂ ਸੰਤਾਂ ਦੇ ਅੱਗੇ ਜਾ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮਿੰਨਤਾਂ ਹੀ ਕਰੀ ਜਾਓ, ਉਹਨਾਂ ਦੇ ਚਰਨੀ ਲੱਗ ਕਰਕੇ ਅਰਦਾਸਾਂ ਹੀ ਕਰੀ ਜਾਓ, ਜੋਦੜੀਆਂ ਕਰੀ ਜਾਓ ਕਿ ਪਰਮੇਸ਼ਰ ਨਾਲ ਮਿਲਾਪ ਕਰਾ ਦਿਓ। ਫਿਰ ਕਹਿੰਦੇ ਤਰੁੱਠ ਕਰਕੇ ਕਈ ਵਾਰ ਸੰਤ ਜਾਨਾ ਜਿਵੇਂ ਗਨਕਾ ਦੇ ਉੱਪਰ ਬਖਸ਼ਿਸ਼ ਕਰ ਦਿੱਤੀ, ਮਹਾਰਾਜ ਪਾਤਸ਼ਾਹ ਦੇ ਐਸੇ ਸਾਧੂ ਜਨ ਫਿਰ ਦੁਰਮਤ ਨੂੰ ਦੇਖ ਕਰਕੇ ਵੀ ਦਇਆਲ ਹੋ ਜਾਂਦੇ ਹੈ। ਕਿਸੇ ਦੇ ਚੰਗੇ ਕਰਮ ਦੇਖ ਕਰਕੇ ਮਨੁੱਖ ਕਿਸੇ ਦੂਜੇ ਮਨੁੱਖ ਦੇ ਨੇੜੇ ਲੱਗਦਾ ਹੈ ਕਿ ਇਹਦਾ ਸੁਭਾਅ ਚੰਗਾ ਹੈ, ਇਹਦੀ ਬੋਲ ਬਾਣੀ ਚੰਗੀ ਹੈ, ਇਹਦੇ ਕਰਮ ਚੰਗੇ ਹੈ, ਉਹਦੇ ਨੇੜੇ ਲੱਗਦਾ, ਮਿੱਤਰਤਾ ਵਧਾਉਂਦਾ ਹੈ। ਮਾੜੇ ਕਰਮ ਵਾਲਾ ਵੇਖ ਕਰਕੇ ਕੋਈ ਉਹਦੇ ਨੇੜੇ ਨਹੀਂ ਜਾਂਦਾ। ਭੈੜੇ ਆਚਰਨ ਵਾਲਾ ਕਿਸੇ ਨੂੰ ਜਾਣ ਕਰਕੇ ਕੋਈ ਕਿਸੇ ਦੇ ਨੇੜੇ ਨਹੀਂ ਲੱਗਦਾ। ਪਰ ਇੱਕ ਭਾਈ ਗੁਰਦਾਸ ਜੀ ਕਹਿੰਦੇ ਪਰਮੇਸ਼ਰ ਤੇ ਪਰਮੇਸ਼ਰ ਦੇ ਭਗਤ ਐਸੇ ਹੈ ਜਿਹੜੇ ਕਈ ਵਾਰੀ ਇਹ ਨਹੀਂ ਵੇਖਦੇ ਕਿ ਇਹ ਮਨੁੱਖ ਸੰਗਤ ਕਰਦਾ ਹੈ ਜਾਂ ਇਹ ਮਨੁੱਖ ਬੰਦਗੀ ਕਰਦਾ ਹੈ ਜਾਂ ਨਾਮ ਜਪਦਾ ਉੱਠ ਕਰਕੇ। ਕਈ ਵਾਰੀ ਗੁਰਮਤ ਨਹੀਂ ਦੁਰਮਤ ਦੇਖ ਕਰਕੇ ਵੀ ਨਿਹਾਲ ਹੋ ਜਾਂਦੇ ਹੈ। ਤੇ ਸਾਧੂ ਜਨ ਗਨਕਾ ਦੇ ਦੁਆਰੇ ਜਦੋਂ ਆਏ, ਸਾਰੀ ਰਾਤ ਨਾਮ ਜਪਾਇਆ ਤੇ ਸਵੇਰ ਜਾਣ ਲੱਗੇ। ਪਿਛਲੀ ਕੋਈ ਉਸ ਗਨਕਾ ਦੀ ਕਮਾਈ ਨਹੀਂ ਹੈ। ਕਮਾਈ ਕੀ ਹੈ ਕਿ ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ, ਇਹ ਉਸ ਦੀ ਸਾਰੀ ਜ਼ਿੰਦਗੀ ਦੀ ਕਮਾਈ ਸੀ, ਨਾਮ ਦੀ ਕੋਈ ਕਮਾਈ ਨਹੀਂ ਸੀ। ਪਾਪਾਂ ਦਾ ਤੇ ਭਾਈ ਗੁਰਦਾਸ ਜੀ ਕਹਿੰਦੇ ਗਲ ਦੇ ਵਿੱਚ ਉਹਨੇ ਹਾਰ ਹੀ ਪਰੋ ਕਰਕੇ ਪਾ ਲਿਆ ਸੀ। ਪਰ ਫਿਰ ਵੀ ਗੁਰਮਤ ਨਹੀਂ। ਕਹਿੰਦੇ ਸਾਧੂ ਜਨਾਂ ਨੇ ਜਦੋਂ ਕਿਰਪਾ ਕਰਨੀ ਹੋਵੇ ਤੇ ਫਿਰ ਉਹ ਚੰਗਾ ਮਾੜਾ ਨਹੀਂ ਵੇਖਦੇ। ਤੇ ਭਾਈ ਗੁਰਦਾਸ ਜੀ ਕਹਿੰਦੇ ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸ ਨੂੰ ਦਿੱਤੋਨ ਤੋਤਾ। ਰਾਮ ਨਾਮ ਉਪਦੇਸ਼ ਕਰ ਖੇਲ ਗਏ ਉਹਦੇ ਵਣਜ ਸੌਤਾ। ਉਹਦੀ ਖੋਟੀ ਮੱਤ ਨੂੰ ਵੇਖ ਕਰਕੇ ਹੀ ਸਾਧੂ ਜਨ ਨਿਹਾਲ ਹੋ ਗਏ। ਆਪਣੇ ਹੱਥੀਂ ਇੱਕ ਤੋਤਾ ਦੇ ਦਿੱਤਾ ਕਿ ਲੈ ਭਾਈ ਇਸ ਨੂੰ ਨਾਮ ਜਪਾਇਆ ਕਰੀ। ਐਸੀ ਖੇਡ ਵਰਤਾ ਗਏ। ਕਹਿੰਦੇ ਜਿਸ ਖੇਡ ਜਿਸ ਵਪਾਰ ਦੇ ਵਿੱਚ 100 ਗੁਣਾ ਵੱਧ ਲਾਭ ਹੈ। ਵਪਾਰੀ ਕੋਈ ਵਪਾਰ ਕਰਨ ਜਾਵੇ ਮਨ ਵਿੱਚ ਇੱਛਾ ਰੱਖ ਸਕਦਾ ਹੈ ਕਿ ਮੈਂ ਆਪਣਾ ਵਪਾਰ ਕਰਾਂ, ਮੈਨੂੰ ਦੁੱਗਣਾ ਤਿੱਗਣਾ ਚੌਗਣਾ ਫਲ ਪ੍ਰਾਪਤ ਹੋ ਜਾਵੇ, ਲਾਭ ਮੈਂ ਪੂੰਜੀ ਖੱਟ ਲਵਾਂ। ਕਦੇ ਏਡਾ ਵੱਡਾ ਲਾਭ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਮੈਂ 10 ਦੀ ਵਸਤੂ ਲੈ ਕੇ ਚੱਲੇ ਆਂ ਤੇ ਮੈਨੂੰ 1000 ਮਿਲ ਜਾਵੇ, ਇਹਦਾ ਸੈਂਕੜੇ ਦੇ ਵਿੱਚ ਮੈਨੂੰ ਲਾਭ ਹੋਵੇ। ਉਦਾਹਰਨ ਵਜੋਂ ਜੇਕਰ ਬਾਬਾ ਕਲਿਆਣ ਦਾਸ ਜੀ ਨੇ 20 ਰੁਪਏ ਦੇ ਕਰਕੇ ਕੁਝ ਖੱਟੀ ਕਰਨ ਦੇ ਲਈ ਸਤਿਗੁਰੂ ਪਾਤਸ਼ਾਹ ਨੂੰ ਭੇਜਿਆ, ਇਹ ਨਹੀਂ ਸੀ ਸੋਚਿਆ ਕਿ ਪੁੱਤਰ 20 ਦਾ 2000 ਕਰਕੇ ਮੋੜ ਕੇ ਲਿਆਵੇਗਾ। ਸੋਚਿਆ ਭਾਵੇਂ ਹੋਵੇ ਕਿ ਦੁੱਗਣਾ ਲਿਆਵੇਗਾ ਤਿੱਗਣਾ ਲਿਆਵੇਗਾ, ਪਰ ਕਹਿੰਦੇ ਇੱਕੋ ਇੱਕ ਐਸਾ ਵਪਾਰ ਹੈ ਦੁਨੀਆ ਤੋਂ ਉੱਪਰ ਉੱਠ ਕਰਕੇ ਜਿਹੜਾ ਕੀਤਾ ਜਾਂਦਾ ਹੈ। ਐਸਾ ਰਾਮ ਨਾਮ ਦਾ ਵਪਾਰ ਹੈ ਜਿਸ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ 100 ਗੁਣਾ ਵੱਧ ਸੈਂਕੜਿਆਂ ਦੇ ਵਿੱਚ ਲਾਭ ਪ੍ਰਾਪਤ ਹੁੰਦਾ ਹੈ। ਐਸਾ ਨਾਮ ਦਾ ਉਪਦੇਸ਼ ਦੇ ਕਰਕੇ ਸਾਧੂ ਜਨ ਫਿਰ ਨਿਹਾਲ ਕਰਦੇ ਹੈ। ਇਉਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ ਪਰਮੇਸ਼ਰ ਦੇ ਅੱਗੇ ਬੇਨਤੀਆਂ ਇਉਂ ਕਰਨੀਆਂ ਚਾਹੀਦੀਆਂ ਕਿ ਹੇ ਸੱਚੇ ਪਾਤਸ਼ਾਹ ਤੂੰ ਹੀ ਇੱਕ ਕਰਤਾ ਹੈ। ਸਤਿਗੁਰੂ ਜੀ ਸਾਰਿਆਂ ਨੂੰ ਕਰਨ ਵਾਲਾ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ। ਲਹਿੰਦੇ ਦੇਸ਼ ਦੀ ਬੋਲੀ ਦੇ ਵਿੱਚ ਮੇਰੇ ਨੂੰ ਮੈਂਡਾ ਕਿਹਾ ਜਾਂਦਾ, ਮੈਂਡਾ ਤੈਂਡਾ। ਜਿਵੇਂ ਬਾਣੀ ਵਿੱਚ ਦੱਖਣੇ ਕੀ ਵਾਰ ਵਿਸ਼ੇਸ਼ ਕਰਕੇ ਜਿਹੜੀ ਹੈ ਉਹ ਸਤਿਗੁਰੂ ਪਾਤਸ਼ਾਹ ਨੇ ਲਹਿੰਦੇ ਦੇਸ਼ ਦੇ ਜੋ ਸੰਗਤ ਆਈ ਉਹਦੇ ਪ੍ਰਥਾਏ ਉਹਨਾਂ ਦੇ ਬਾਬਤ ਸਤਿਗੁਰਾਂ ਨੇ ਉਚਾਰਨ ਕੀਤੀ ਸੀ। ਇਉਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਹੇ ਮਹਾਰਾਜ ਤੂੰ ਸਾਰਿਆਂ ਦਾ ਕਰਤਾ ਧਰਤਾ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਪੈਦਾ ਕਰਕੇ ਮਹਾਰਾਜ ਪਾਲਣ ਵਾਲਾ ਹੈ। ਫਿਰ ਸਤਿਗੁਰੂ ਰੋਜੀ ਰੋਟੀ ਸਾਰਿਆਂ ਦੇ ਤਾਈਂ ਦੇਣ ਵਾਲਾ ਹੈ। ਸਚਿਆਰ ਸਤਿਗੁਰੂ ਸੱਚਾ ਤੇਰਾ ਤ੍ਰੇਈ ਕਾਲ ਆਬਾਦ ਆਪ ਜੀ ਦਾ ਸਰੂਪ ਹੈ। ਸਾਰੀ ਸ੍ਰਿਸ਼ਟੀ ਨਾਸ਼ ਹੋ ਸਕਦੀ ਹੈ, ਹਰ ਇੱਕ
ਦ੍ਰਿਸ਼ਟੀਮਾਨ ਜੋ ਵੀ ਵਸਤੂ ਉਹ ਇੱਕ ਦਿਨ ਨਾਸ਼ ਹੋ ਜਾਣੀ ਹੈ, ਪਰ ਸੱਚੇ ਪਾਤਸ਼ਾਹ ਮਹਾਰਾਜ ਨੇ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਇੱਕ ਪਰਮੇਸ਼ਰ ਨੇ ਰਹਿਣਾ ਸਦਾ ਦੇ ਲਈ, ਇੱਕ ਉਹਦੇ ਭਗਤਾਂ ਦਾ ਨਾਮ ਰਹਿ ਜਾਂਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤਰ। ਜਿਨ੍ਹਾਂ ਨੇ ਗੁਰੂ ਮੰਤਰ ਨੂੰ ਜਪਿਆ, ਇੱਕ ਨਾਮ ਤੇ ਇੱਕ ਕਹਿੰਦੇ ਸਾਧੂ ਸਦਾ ਲਈ ਰਹਿ ਜਾਂਦੇ ਆ, ਸਚਿਆਰ ਹਨ। ਹੇ ਮੇਰੇ ਸਾਈਂ ਮਾਲਕ ਪਾਤਸ਼ਾਹ ਜੀ, ਤੁਸੀਂ ਸਾਰੀ ਸ੍ਰਿਸ਼ਟੀ ਦੇ ਕਰਤੇ ਧਰਤੇ ਹੋ। ਤੁਸੀਂ ਸਤਿਗੁਰੂ ਮਹਾਰਾਜ ਸਚਿਆਰ ਸਰੂਪ ਹੋ। ਜਾਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਇਉਂ ਕਰਕੇ ਧਿਆਇਆ ਕਿ ਮੈਂਡਾ ਸਾਈਂ ਮਹਾਰਾਜ ਮੇਰਾ ਤੇ ਤੂੰ ਹੀ ਮਾਲਕ ਹੈ। ਇਸ ਤਰ੍ਹਾਂ ਜਿਨ੍ਹਾਂ ਨੇ ਦਿਲ ਤੋਂ ਹਿਰਦੇ ਤੋਂ ਅਰਦਾਸ ਕੀਤੀ ਹੈ ਕਿ ਸਤਿਗੁਰੂ ਤੂੰ ਸਾਰਿਆਂ ਦਾ ਭਾਵੇਂ ਕਰਤਾ ਧਰਤਾ ਹੈ, ਪਰ ਮੇਰੇ ਲਈ ਬਸ ਤੂੰ ਹੀ ਇੱਕ ਮਾਲਕ ਹੈ। ਮੈਂਡਾ ਤੂੰ ਹੀ ਸਾਈਂ ਹੈ, ਮਾਲਕ ਹੈ। ਜਦੋਂ ਕਹਿੰਦੇ ਇਉਂ ਅਰਦਾਸ ਸਤਿਗੁਰਾਂ ਅੱਗੇ ਕੀਤੀ ਜਾਂਦੀ ਹੈ, ਫਿਰ ਜਿਹੜਾ ਸੱਚਿਆਰ ਸੱਚ ਸਰੂਪ ਹੈ ਉਸ ਦੀ ਆਰ ਤੋਂ ਪ੍ਰਾਪਤੀ ਹੋ ਜਾਂਦੀ ਹੈ। ਉਸ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜੋ ਤਾ ਭਾਵੈ ਸੋਈ ਥੀਸੀ। ਹੇ ਸਤਿਗੁਰੂ ਮਹਾਰਾਜ ਜੀ, ਜੋ ਤੈਨੂੰ ਭਾਉਂਦਾ ਏ, ਜੋ ਤੈਨੂੰ ਚੰਗਾ ਲੱਗਦਾ ਹੈ, ਉਹੋ ਹੀ ਹੁੰਦਾ ਸੀ। ਜੋ ਪਿੱਛੇ ਸਤਿਗੁਰੂ ਪਾਤਸ਼ਾਹ ਜੀ ਤੈਨੂੰ ਪਾਇਆ, ਉਹੋ ਹੀ ਪਿੱਛੇ ਹੋਇਆ ਏ। ਜੋ ਤੈਨੂੰ ਭਾਉਂਦਾ ਹੈ ਉਹੋ ਹੀ ਹੁਣ ਵਰਤਮਾਨ ਸਮੇਂ ਵਿੱਚ ਵਾਪਰ ਰਿਹਾ ਹੈ, ਤੇ ਜੋ ਤੈਨੂੰ ਪਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹੋ ਹੀ ਹੋਣਾ ਹੈ। ਆਪਣੇ ਯਤਨਾਂ ਦੇ ਨਾਲ ਮਨੁੱਖ ਉਸ ਦੀ ਕਰਨੀ ਦੇ ਵਿੱਚ ਫਰਕ ਨਹੀਂ ਪਾ ਸਕਦਾ। ਆਪਣੇ ਯਤਨਾਂ ਦੇ ਨਾਲ ਤੇ ਇੱਥੋਂ ਤੱਕ ਸਤਿਗੁਰੂ ਪਾਤਸ਼ਾਹ ਕਹਿੰਦੇ ਮਨੁੱਖ ਕੋਈ ਕਾਰਜ ਵੀ ਸਿੱਧ ਨਹੀਂ ਕਰ ਸਕਦਾ। ਜਦੋਂ ਤੱਕ ਕਿਸੇ ਕਾਰਜ ਦੇ ਵਿੱਚ ਪਰਮੇਸ਼ਰ ਦੀ ਮਰਜ਼ੀ ਨਾ ਹੋਵੇ, ਉਹ ਕਾਰਜ ਸਫਲਾ ਨਹੀਂ ਹੋ ਸਕਦਾ। ਇੱਕ ਭਗਤਾਂ ਦਾ ਸੁਭਾਅ ਬਾਣੀ ਦੇ ਵਿੱਚ ਕਈ ਵਾਰ ਸਤਿਗੁਰੂ ਪਾਤਸ਼ਾਹ ਨੇ ਦਰਸਾਇਆ, ਆਸਾ ਮਾਹਿ ਨਿਰਾਸੋ, ਕਿ ਭਗਤ ਜਨ ਆਸ਼ਾਵਾਂ ਵਿੱਚ ਵੀ ਨਿਰਾਸ਼ ਸੁਭਾਅ ਇਉਂ ਧਾਰਨ ਕਰਕੇ ਰੱਖਦੇ ਨੇ। ਉਹ ਇਸੇ ਤਰ੍ਹਾਂ ਦਾ ਹੀ ਸੁਭਾਅ ਹੈ ਕਿ ਜਦੋਂ ਭਗਤਾਂ ਨੂੰ ਕੋਈ ਇੱਛਾ ਹੁੰਦੀ ਹੈ, ਜੇਕਰ ਉਹ ਇੱਛਾ ਪੂਰੀ ਹੋ ਗਈ, ਉਹ ਇਹ ਨਹੀਂ ਕਹਿੰਦੇ ਕਿ ਮੇਰੀ ਇੱਛਾ ਪੂਰੀ ਹੋਈ। ਉਹ ਕਹਿੰਦੇ ਮਾਲਕ ਦੀ, ਇਸ ਦੇ ਵਿੱਚ ਮਾਲਕ ਦੀ ਵੀ ਇੱਛਾ ਸੀਗੀ ਕਿ ਇਹ ਕਾਰਜ ਪੂਰਾ ਹੋਵੇ, ਇਸ ਕਰਕੇ ਇਹ ਕਾਰਜ ਪੂਰਾ ਹੋ ਗਿਆ। ਕੋਈ ਕਾਰਜ ਨਾ ਸਿੱਧ ਹੋਵੇ, ਰੁਕਾਵਟ ਕੋਈ ਪੈ ਜਾਵੇ, ਬਣੇ ਨਾ, ਫਿਰ ਵੀ ਕੋਸਣਾ ਨਹੀਂ ਹੈ ਕਿ ਭਗਵਾਨ ਤੂੰ ਮੇਰਾ ਕਾਰਜ ਸਫਲਾ ਨਹੀਂ ਕੀਤਾ, ਸਿੱਧ ਨਹੀਂ ਕੀਤਾ। ਫਿਰ ਵੀ ਆਖਦੇ ਆ ਕਿ ਇਹਦੇ ਵਿੱਚ ਮਾਲਕ ਦੀ ਮਰਜ਼ੀ ਨਹੀਂ ਸੀ। ਉਹ ਨਹੀਂ ਚਾਹੁੰਦਾ ਸੀ ਕਿ ਇਹ ਕਾਰਜ ਪੂਰਾ ਹੋਵੇ, ਤੇ ਇਹ ਕਾਰਜ ਅਧੂਰਾ ਰਹਿ ਗਿਆ, ਪੂਰਾ ਨਹੀਂ ਹੋਇਆ। ਹਰ ਇੱਕ ਪਲ ਪਲ ਦੇ ਵਿੱਚ ਪਰਮੇਸ਼ਰ ਦੇ ਭਾਣੇ ਅਨੁਸਾਰ ਵਰਤਣ ਵਾਲੇ ਨੂੰ ਆਸਾ ਮਾਹਿ ਨਿਰਾਸ਼ੋ ਦਾ ਖਿਤਾਬ ਸਤਿਗੁਰਾਂ ਨੇ ਬਾਣੀ ਵਿੱਚ ਦਿੱਤਾ ਹੈ। ਇਉਂ ਕਹਿੰਦੇ ਪਰਮੇਸ਼ਰ ਸਾਰਿਆਂ ਦਾ ਮਾਲਕ ਹੈ, ਤੇ ਸਤਿਗੁਰੂ ਨੂੰ ਜੋ ਭਾਉਂਦਾ ਹੈ ਉਹੋ ਹੀ ਹੁੰਦਾ ਹੈ, ਉਹੋ ਹੀ ਹੋ ਰਿਹਾ ਹੈ, ਤੇ ਉਹੋ ਹੀ ਅੱਗੇ ਹੁੰਦਾ ਹੋਵੇਗਾ। ਜੋ ਤੂੰ ਦੇਹ ਸੋਈ ਹਉ ਪਾਏ। ਜੋ ਮਹਾਰਾਜ ਤੂੰ ਦਿੰਦਾ ਉਹੋ ਹੀ ਅਸੀਂ ਪ੍ਰਾਪਤ ਕਰਦੇ ਹਾਂ, ਉਹੋ ਹੀ ਮੈਨੂੰ ਪ੍ਰਾਪਤ ਹੋਇਆ। ਜੋ ਪਿੱਛੇ ਤੂੰ ਦਿੰਦਾ ਰਿਹਾ ਉਹੋ ਹੀ ਜੀਵਾਂ ਨੇ ਪ੍ਰਾਪਤ ਕੀਤਾ ਸੀ। ਜੋ ਹੁਣ ਤੂੰ ਦੇ ਰਿਹਾ ਉਹੋ ਹੀ ਅਸੀਂ ਪ੍ਰਾਪਤ ਕਰ ਰਹੇ ਹਾਂ। ਜੋ ਅੱਗੇ ਤੂੰ ਦਾਨ ਦੇਂਗਾ ਉਹੋ ਹੀ ਜੀ ਪ੍ਰਾਪਤ ਕਰ ਸਕਦੇ ਹਨ। ਰਹਾਉ। ਵਿਸ਼ਰਾਮ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਸਭ ਤੇਰੀ ਤੂੰ ਸਭਨੀ ਧਿਆਇਆ। ਇਹ ਮਹਾਰਾਜ ਜੀ ਸਭ ਤੇਰੀ, ਸਾਰੀ ਸ੍ਰਿਸ਼ਟੀ ਤੇਰੀ ਪੈਦਾ ਕੀਤੀ ਹੋਈ ਹੈ, ਸਾਰੇ ਜੀਵ ਜੰਤ ਤੇਰੇ ਹੈ, ਤੂੰ ਸਭਨੀ ਧਿਆਇਆ। ਤੂੰ ਮਹਾਰਾਜ ਜਿਹੜਾ ਤਤ ਪਦ ਦਾ ਲਖ ਦਾਤਾ ਹੈ, ਤੈਨੂੰ ਹੀ ਸਾਰੇ ਹੀ ਜੀਵਾਂ ਨੇ ਧਿਆਉਣਾ ਕੀਤਾ। ਸਾਰੇ ਜੀਵ ਤੈਨੂੰ ਧਿਆ ਰਹੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇਤ ਨੇਤ ਕਥੰਤ ਵੇਦਾ ਊਚ ਮੂਚ ਅਪਾਰ ਗੋਬਿੰਦਾ ਹੈ। ਜਾਂ ਨੇਤ ਨੇਤ ਵਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥਾ ਕਵਨ। ਇੱਥੋਂ ਤੱਕ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਬਨਸਪਤੀ ਹੈ, ਘਾਹ ਤ੍ਰਿਣ ਹੈ ਜੰਗਲਾਂ ਦੇ ਵਿੱਚ, ਉਹ ਵੀ ਸਤਿਗੁਰੂ ਪਾਤਸ਼ਾਹ ਨੂੰ ਬੇਅੰਤ ਕਹਿ ਕਰਕੇ ਉਹਦਾ ਜਾਪ ਕਰ ਰਹੀ ਹੈ। ਜੀਵ ਪਸ਼ੂ ਪੰਛੀ ਸਾਰੇ ਹੀ ਤੈਨੂੰ ਧਿਆ ਰਹੇ ਹੈ, ਹਰ ਇੱਕ ਤੇਰਾ ਚੇਤਾ ਕਰ ਰਿਹਾ, ਹਰ ਇੱਕ ਤੇਰੇ ਨਾਮ ਨੂੰ ਧਿਆ ਰਿਹਾ ਹੈ। ਤੈਨੂੰ ਮਹਾਰਾਜ ਸਾਰਿਆਂ ਨੇ ਧਿਆਉਣਾ ਕੀਤਾ ਹੈ। ਸਾਰੇ ਪਾਤਸ਼ਾਹ ਤੇਰੇ ਡਰ ਦੇ ਵਿੱਚ ਜਿਵੇਂ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਕਾਲ ਉਸਤਤ ਦੀ ਬਾਣੀ ਵਿੱਚ ਪਰਮੇਸ਼ਰ ਦੀ ਉਸਤਤੀ ਕਰਦੇ ਹੋਏ ਵਚਨ ਕੀਤੇ। ਮਹਾਰਾਜ ਕਹਿੰਦੇ, ਹੇ ਪਰਮੇਸ਼ਰ, ਕਿਸੇ ਦੇ ਪ੍ਰੇਮ ਨੂੰ ਚੇਤਾ ਉਦੋਂ ਕੀਤਾ ਜਾਂਦਾ ਹੈ ਜਦੋਂ ਉਹਦੇ ਨਾਲ ਵਿਛੜਨ ਦਾ ਡਰ ਹੋਵੇ। ਤੇ ਸਤਿਗੁਰੂ, ਤੇਰੇ ਤੇ ਡਰ ਵਿੱਚ ਸਾਰੀ ਹੀ ਸ੍ਰਿਸ਼ਟੀ ਹੈ। ਜੈ ਜੰਪਹੁ ਜੁਗਣ ਜੂਹ ਜੂਅੰ, ਪੈ ਕੰਪਹੁ ਮੇਰ ਪਿਆਲ ਪੋਮ। ਜੈ ਜੈਕਾਰ ਤੇਰੀ ਸਾਰੀ ਸ੍ਰਿਸ਼ਟੀ ਕਰ ਰਹੀ ਹੈ। ਤੇਰੇ ਭੈ ਦੇ ਵਿੱਚ ਧਰਤੀ ਹੈ, ਤੇਰੇ ਭੈ ਦੇ ਵਿੱਚ ਪਤਾਲ ਹਨ, ਤੇਰੇ ਭੈ ਦੇ ਵਿੱਚ ਸਤਿਗੁਰੂ ਪਾਤਸ਼ਾਹ ਵੱਡੇ ਤੋਂ ਛੋਟੇ ਜੀਵ ਸਾਰੇ ਹੀ ਹਨ। ਇਉਂ ਤੇਰੇ ਭੈ ਦੇ ਵਿੱਚ ਹੀ 5 ਤੱਤ ਨੇ, ਨਹੀਂ ਤੇ ਐਸੇ ਵਿਰੋਧੀ ਤੱਤ ਨੇ। ਹਵਾ ਹੈ, ਮਿੱਟੀ ਨੂੰ ਉਡਾ ਕਰਕੇ ਚੱਲ ਲੈ ਜਾਂਦੀ ਹੈ, ਅੱਗ ਨੂੰ ਪਾਣੀ ਬੁਝਾ ਦਿੰਦਾ ਹੈ। ਆਪਸ ਦੇ ਵਿੱਚ 5 ਤੱਤਾਂ ਦੇ ਵੀ ਇਹ ਕਹਿ ਲਈਏ ਕਿ ਬਣਦੇ ਨਹੀਂ ਹੈ, ਵਿਰੋਧੀ ਤੱਤ ਨੇ। ਪਰ ਪਰਮੇਸ਼ਰ ਦੇ ਡਰ ਵਿੱਚ ਨੇ ਇਹਨਾਂ ਹੀ 5 ਤੱਤਾਂ ਨੂੰ ਜੋੜ ਕਰਕੇ ਸਤਿਗੁਰੂ ਪਾਤਸ਼ਾਹ ਨੇ ਸ੍ਰਿਸ਼ਟੀ ਰਚਦੀ। ਪਰਮੇਸ਼ਰ ਨੇ ਇਹ ਜੀਵ ਦੀ ਰਚਨਾ ਕਰ ਦਿੱਤੀ ਹੈ। 5 ਤੱਤ ਕੀ ਜੜਤ ਜੜਾਈ, ਤੇ ਭਾਈ ਗੁਰਦਾਸ ਜੀ ਕਹਿੰਦੇ 5 ਤੱਤਾਂ ਦੀ ਜੜਤ ਜੜ ਦਿੱਤੀ ਹੈ। ਇਹਨਾਂ ਵਿਰੋਧੀ ਤੱਤਾਂ ਨੂੰ ਇਕੱਤਰ ਕਰਕੇ ਇੱਕ ਭਾਂਡੇ ਦੇ ਵਿੱਚ ਸਮਾ ਦਿੱਤਾ। ਇਉਂ ਸਤਿਗੁਰੂ ਮਹਾਰਾਜ ਸਾਰੇ ਤੇਰੇ ਡਰ ਦੇ ਵਿੱਚ ਹੈ, ਤੇ ਸਾਰੇ ਹੀ ਮਹਾਰਾਜ ਜੀ ਤੈਨੂੰ ਹੀ ਧਿਆਉਣ ਵਾਲੇ ਹਨ। ਜਿਸ ਨੂੰ ਕਿਰਪਾ ਕਰਹਿ, ਜਿਸ ਨੂੰ ਸਤਿਗੁਰੂ ਮਹਾਰਾਜ ਤੂੰ ਕਿਰਪਾ ਕਰਦਾ ਹੈ, ਜਿਸ ਦੇ ਉੱਪਰ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਧਾਰਨ ਕਰਦੇ ਹੋ, ਤਿਨ ਨਾਮ ਰਤਨ ਪਾਇਆ। ਉਹਨਾਂ ਨੇ ਮਹਾਰਾਜ ਜੀ ਨਾਮ ਰੂਪੀ ਰਤਨ ਨੂੰ ਪ੍ਰਾਪਤ ਕੀਤਾ ਹੈ। ਤੇ ਰਤਨ ਕੀ ਹੈ? ਪਰਮੇਸ਼ਰ ਦਾ ਨਾਮ। ਜਿਸ ਨਾਮ ਨੂੰ ਜਪਣ ਕਰਕੇ ਰਤ ਨਾ ਹੋਰ ਕੋਈ ਪ੍ਰੀਤੀ ਨਾ ਰਹਿ ਜਾਵੇ। ਰਤ ਕਹਿੰਦੇ ਪ੍ਰੀਤੀ ਨੂੰ। ਦੂਜਾ ਪ੍ਰੇਮ ਨਾ ਮਨ ਵਿੱਚ ਰਹਿ ਜਾਵੇ, ਇੱਕੋ ਇੱਕ ਪਰਮੇਸ਼ਰ ਦੇ ਵਿੱਚ ਪ੍ਰੇਮ ਲੱਗ ਜਾਵੇ। ਦੂਜਾ ਸਾਰਾ ਪ੍ਰੇਮ ਜੋ ਹੈ ਸੰਸਾਰੀ ਉਹ ਖਤਮ ਹੋ ਜਾਵੇ, ਰਤ ਨਾ ਹੋ ਜਾਵੇ, ਐਸੀ ਬਿਰਤੀ ਮਨ ਵਿੱਚ ਆ ਜਾਵੇ, ਉਹਨੂੰ ਰਤਨ ਕਹਿੰਦੇ ਹੈ। ਐਸਾ ਸਤਿਗੁਰੂ ਪਾਤਸ਼ਾਹ ਜੀ ਨਾਮ ਰੂਪੀ ਰਤਨ ਪ੍ਰਾਪਤ ਕੀਤਾ। ਜਾਂ ਬਾਣੀ ਵਿੱਚ ਰਤਨ ਸਤਿਗੁਰਾਂ ਦੇ ਸ਼ਬਦ ਨੂੰ, ਉਪਦੇਸ਼ ਨੂੰ ਵੀ ਕਿਹਾ ਹੈ। ਰੋਜ਼ ਪੜ੍ਹਦੇ ਹੈ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਵੀ ਸਤਿਗੁਰਾਂ ਦਾ ਰਤਨਾਂ ਦੀ ਤਰ੍ਹਾਂ ਹੈ। ਉਪਦੇਸ਼ ਜੋ ਸਤਿਗੁਰੂ ਮਹਾਰਾਜ ਕਰਦੇ ਆ ਉਹ ਵੀ ਰਤਨਾਂ ਦੀ ਤਰ੍ਹਾਂ ਹਨ। ਤੇ ਜਿਸ ਨੇ ਉਸ ਉਪਦੇਸ਼ ਨੂੰ, ਸਤਿਗੁਰਾਂ ਦੇ ਦਿੱਤੇ ਉਪਦੇਸ਼ ਨੂੰ ਵੀ ਧਾਰਨ ਕਰ ਲਿਆ, ਉਹ ਵੀ ਫਿਰ ਸੰਸਾਰੀ ਮੋਹ ਨੂੰ ਤਿਆਗ ਦਿੰਦੇ ਆ। ਉਹਨਾਂ ਵਿੱਚ ਵੀ ਫਿਰ ਸੰਸਾਰ ਦਾ ਜੋ ਮੋਹ ਹੈ, ਪ੍ਰੀਤੀ ਹੈ, ਰਤ ਹੈ, ਉਹ ਨਾ ਹੋ ਜਾਂਦੀ ਹੈ। ਉਹ ਜਿਹੜੀ ਅਨਥਾ ਪ੍ਰੀਤੀ ਹੈ, ਸਾਰੇ ਜਗਤ ਦੀ ਝੂਠੀ ਪ੍ਰੀਤੀ ਹੈ, ਉਹ ਦੂਰ ਹੋ ਜਾਂਦੀ ਹੈ। ਗੁਰਮੁਖ ਲਾਦਾ ਮਨ ਮੁਖ ਗਵਾਇਆ। ਇਉਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰ ਲਿਆ, ਉਹਨਾਂ ਗੁਰਮੁਖਾਂ ਨੇ ਤੇ ਉਸ ਪਰਮੇਸ਼ਰ ਨੂੰ ਲੱਭ ਲਿਆ ਹੈ। ਉਹ ਪਰਮੇਸ਼ਰ ਨੂੰ ਅੰਦਰ ਆਪਣੇ ਦਿਲ ਦੇ ਅੰਦਰ ਖੋਜ ਕਰਕੇ ਕਿ ਬੰਦੇ ਖੋਜ ਦਿਲ ਹਰ ਰੋਜ਼, ਇਉਂ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਇਸ ਨੂੰ ਧਾਰਨ ਕੀਤਾ। ਤੇ ਸੰਸਾਰ ਦਾ ਜਿਹੜਾ ਮੋਹ ਸੀ, ਰਤ ਸੀ, ਪ੍ਰੀਤੀ ਸੀ, ਉਹਨੂੰ ਨਾ ਮਾਤਰ ਕਰ ਦਿੱਤਾ। ਅੰਦਰ ਨੂੰ ਖੋਜ ਲਿਆ ਤੇ ਖੋਜ ਕਰਕੇ ਗੁਰਮੁਖਾਂ ਨੇ ਪਰਮੇਸ਼ਰ ਨੂੰ ਆਪਣੇ ਅੰਦਰੋਂ ਹੀ ਲੱਭ ਲਿਆ। ਮਨਮੁਖਾਂ ਨੇ ਪਰ ਉਹਨੂੰ ਗਵਾ ਦਿੱਤਾ ਹੈ। ਵਿਦਾਂਤ ਗ੍ਰੰਥਾਂ ਵਿੱਚ ਵਿਚਾਰ ਆਉਂਦੀ ਹੈ ਕਿ ਜਿਹੜੇ ਇੰਦਰੀ ਆ ਇਹ ਵਿਸ਼ੇਸ਼ ਕਰਕੇ ਬਾਹਰੀ ਮੁਖ ਕੀਤੇ ਹੋਏ ਨੇ। ਮਨ ਹੈ ਭਾਵੇਂ ਅੰਦਰ ਹੈ, ਉਹ ਵੀ ਬਾਹਰੀ ਮੁਖੀ ਹੈ। ਪਹਿਲੋਂ ਮਨ ਬਾਹਰ ਨੂੰ ਭਰਦਾ ਹੈ। ਭਾਵੇਂ ਇਹਨੂੰ 10 ਦੇਸ਼ਾਂਤਰਾਂ ਵਿੱਚ ਭਜਾ ਲਓ, ਭਾਵੇਂ ਦੇਸ਼ਾਂ ਦੇਸ਼ਾਂਤਰਾਂ ਵਿੱਚ ਭਜਾ ਲਓ, ਬਾਹਰ ਨੂੰ ਵਿਸ਼ੇਸ਼ ਕਰਕੇ ਕਹਿੰਦੇ ਬਹੁਤ ਛੇਤੀ ਇਹ ਮਨ ਭਰਦਾ ਹੈ। ਬਾਹਰ ਮੁਖੀ ਕਰਕੇ ਅੰਦਰ ਪਾਇਆ ਹੋਇਆ। ਜਾਂ 9 ਦਰਵਾਜ਼ੇ ਸਰੀਰ ਦੇ ਆ। 10ਵਾਂ ਇੱਕ ਗੁਪਤ ਸਤਿਗੁਰੂ ਪਾਤਸ਼ਾਹ ਨੇ ਰੱਖਿਆ ਹੋਇਆ, ਜਿਸ ਦੇ ਅੱਗੇ ਤਕੜਾ ਇੱਕ ਦਰਵਾਜ਼ਾ ਲਾ ਦਿੱਤਾ ਹੈ, ਜਿਹਨੂੰ ਬੱਜਰ ਕਪਾਟ ਕਿਹਾ ਜਾਂਦਾ ਹੈ। ਬੱਜਰ ਕਪਾਟ ਐਸੇ ਜਿਹੜੇ ਆਪਣੇ ਮਰਜ਼ੀ ਦੇ ਨਾਲ ਜਾਂ ਆਪਣੇ ਯਤਨਾਂ ਨਾਲ ਨਹੀਂ ਖੁੱਲ੍ਹਦੇ। ਸਾਰੇ ਬਾਕੀ ਜਿੰਨੇ ਦਰਵਾਜ਼ੇ ਆ ਉਹ ਸਾਰੇ ਬਾਹਰ ਨੂੰ ਖੁੱਲ੍ਹਦੀਆਂ, ਪਰ ਇੱਕ ਅੰਦਰ ਨੂੰ ਖੁੱਲ੍ਹਣ ਵਾਲਾ ਇਹ 10ਵਾਂ ਦਵਾਰ ਦਾ ਦਰਵਾਜ਼ਾ ਹੈ। ਪਰ ਜਦੋਂ ਕਹਿੰਦੇ ਪਰਮੇਸ਼ਰ ਦਾ ਗਿਆਨ ਹੋ ਜਾਂਦਾ, ਨਾਮ ਰੂਪੀ ਰਤਨ ਪ੍ਰਾਪਤ ਹੋ ਜਾਂਦਾ, ਫਿਰ ਇਹ ਅੰਦਰ ਨੂੰ ਖੁੱਲ੍ਹਣ ਵਾਲੇ, ਬਾਹਰ ਨੂੰ ਖੁੱਲ੍ਹਣ ਵਾਲੇ ਦਰਵਾਜ਼ੇ ਵੀ ਫਿਰ ਅੰਦਰ ਮੁਖੀ ਹੋ ਜਾਂਦੇ ਹਨ।
ਜਿਹੜੀਆਂ ਇੰਦਰੀਆਂ ਸਭ ਤੋਂ ਪਹਿਲਾਂ ਬਾਹਰ ਨੂੰ ਭੱਜਦੀਆਂ ਨੇ, ਹੱਥ ਪਰਾਏ ਧਨ ਵੱਲ ਭੱਜਦੇ ਹੈ, ਚਰਨ ਜਿਹੜੇ ਹੈ, ਪੈਰ ਹੈ, ਕੁਸੰਗਤ ਦੇ ਵੱਲ ਪਹਿਲਾਂ ਭੱਜਦੇ ਹੈ ਬਾਹਰ ਨੂੰ। ਫਿਰ ਉਹ ਅੰਤਰਮੁਖੀ ਹੋ ਜਾਂਦੇ ਆ, ਅੰਦਰ ਨੂੰ ਖੋਜਣਾ ਸ਼ੁਰੂ ਕਰ ਦਿੰਦੇ ਆ, ਅੰਦਰ ਨੂੰ ਉਹਨਾਂ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਆ। ਅਤੇ ਜਦੋਂ ਨੇਤਰ ਅੰਦਰ ਨੂੰ ਖੁੱਲ੍ਹ ਗਏ ਜਾਂ ਅੰਦਰਲੇ ਨੇਤਰ ਖੁੱਲ੍ਹ ਗਏ, ਉਹਨਾਂ ਨੂੰ ਫਿਰ ਦਿਵ ਦ੍ਰਿਸ਼ਟੀ ਕਿਹਾ ਜਾਂਦਾ ਕਿ ਦਿਵ ਦ੍ਰਿਸ਼ਟੀ ਦਾ ਮਾਲਕ ਹੋ ਗਿਆ। ਰਸਨਾ ਜਦੋਂ ਅੰਦਰ ਮੁਖੀ ਹੋ ਗਈ, ਉਹਨੂੰ ਦਿਵ ਰਸਨਾ ਕਹਿ ਦਿੱਤਾ ਜਾਂਦਾ, ਦਿਵ ਸ਼ਰਵਣ ਕਹਿ ਦਿੱਤਾ ਜਾਂਦਾ। ਇਉਂ ਫਿਰ ਪਰਮੇਸ਼ਰ ਦੇ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਕੇ ਦਿਵ ਦ੍ਰਿਸ਼ਟੀ ਨੂੰ ਪ੍ਰਾਪਤ ਜਦੋਂ ਹੋ ਜਾਂਦੇ ਆ ਗੁਰਮੁਖ ਜਨ, ਅਤੇ ਪਰਮੇਸ਼ਰ ਨੂੰ ਫਿਰ ਅੰਦਰੋਂ ਭਾਲ ਲੈਂਦੇ ਆ। ਪਰ ਜਿਹੜੇ ਮਨਮੁਖ ਹਨ, ਸੱਚੇ ਪਾਤਸ਼ਾਹ ਕਹਿੰਦੇ ਉਹ ਭਾਈ ਪਰਮੇਸ਼ਰ ਨੂੰ ਗਵਾ ਦਿੰਦੇ ਹੈ, ਨਾਮ ਨੂੰ ਜਪਦੇ ਨਹੀਂ। ਨਾਮ ਤੋਂ ਬਿਨਾਂ ਫਿਰ ਉਹ ਆਪਣੇ ਇਹ ਜਿਹੜਾ ਰਤਨਾਂ ਦੀ ਤਰ੍ਹਾਂ, ਹੀਰਿਆਂ ਦੀ ਤਰ੍ਹਾਂ ਅਮੋਲਕ ਜਨਮ ਪ੍ਰਾਪਤ ਹੋਇਆ ਹੈ, ਹੀਰੇ ਜੈਸਾ ਅਮੋਲ ਜਨਮ ਹੈ, ਕੌਡੀ ਬਦਲੈ ਹਾਰਿਓ ਰੇ, ਇਹਨੂੰ ਕੌਡੀਆਂ ਦੇ ਭਾਅ ਵਿੱਚ ਹਾਰ ਕੇ ਚਲੇ ਜਾਂਦੇ ਹੈ, ਗਵਾ ਕੇ ਚਲੇ ਜਾਂਦੇ ਹਨ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਗੁਰਮੁਖਾਂ ਨੇ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਤੈਨੂੰ ਲੱਭ ਲਿਆ, ਤੂੰ ਹੇ ਪਰਮੇਸ਼ਰ ਉਹਨਾਂ ਨੂੰ ਆਪ ਮਿਲਾ ਲਿਆ, ਉਹਨਾਂ ਨੂੰ ਆਪ ਆਪਣੇ ਸਰੀਰ ਵਿੱਚ, ਆਪਣੇ ਸਰੂਪ ਦੇ ਵਿੱਚ ਮਿਲਾ ਲਿਆ। ਅਤੇ ਗੁਰਮੁਖਾਂ ਨੇ, ਜਿਨ੍ਹਾਂ ਨੇ ਤੇਰੇ ਨਾਮ ਨੂੰ ਗਵਾ ਦਿੱਤਾ, ਉਹਨਾਂ ਨੂੰ ਤੂੰ ਆਪ ਹੀ ਵਿਛੋੜ ਦਿੱਤਾ, ਦੂਰ ਕਰ ਦਿੱਤਾ ਆਪਣੇ ਸਰੂਪ ਤੋਂ, ਜਾਂ ਤੁਧ ਆਪ ਵਿਛੋੜਿਆ, ਜਿਨ੍ਹਾਂ ਨੂੰ ਪਾਤਸ਼ਾਹ ਤੂੰ ਆਪ ਵਿਛੋੜ ਦਿੱਤਾ ਸੀ। ਫਿਰ ਜਦੋਂ ਵਿਛੜੇ ਹੋਇਆਂ ਨੇ ਆਣ ਕਰਕੇ ਤੇਰਾ ਨਾਮ ਜਪਿਆ, ਜਿਵੇਂ ਭਗਤ ਰਵਿਦਾਸ ਜੀਆਂ ਨੇ ਕਥਨ ਕੀਤਾ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਇਉਂ ਵਿਛੜੇ ਹੋਏ ਜਦੋਂ ਫਿਰ ਤੇਰੇ ਨਾਮ ਵੱਲ ਲੱਗਦੇ ਹੈ, ਨਾਮ ਜਪਣ ਲੱਗਦੇ ਹੈ, ਸੰਗਤ ਕਰਨ ਲੱਗਦੇ ਹੈ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਫਿਰ ਤੂੰ ਆਪ ਹੀ ਵਿਛੋੜੇ ਹੋਇਆਂ ਨੂੰ, ਵਿਛੜੇ ਹੋਇਆਂ ਨੂੰ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਇਹ ਮਹਾਰਾਜ ਤੂੰ ਦਰਿਆਓ ਦੀ ਤਰ੍ਹਾਂ ਹੈ, ਸਮੁੰਦਰ ਦੀ ਨਿਆਈ ਹੈ। ਸਾਰੇ ਰਤਨ, ਸਾਰੇ ਚੰਗੇ ਗੁਣਾਂ ਰੂਪੀ ਰਤਨ ਤੇਰੇ ਵਿੱਚ ਹੀ ਹੈ। ਦਇਆ, ਧਰਮ, ਸੀਲ, ਸੁਚ ਇਤਿਆਦਿਕ, ਸੰਤੋਖ, ਸਾਰਾ ਕੁਝ ਤੇਰੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਤੇਰੇ ਸਰੂਪ ਦੇ ਵਿੱਚ ਸਾਰੇ ਚੰਗੇ ਰਤਨ ਪਾਏ ਜਾਂਦੇ ਹੈ। ਜਿਵੇਂ ਵਿਦਵਾਨਾਂ ਵੱਲੋਂ ਧਰਮ ਜੋ ਹੈ ਉਹਦੇ 10 ਲਿੰਗ ਚਿੰਨ੍ਹ ਦੱਸੇ ਜਾਂਦੇ ਹੈ, ਉਹ ਸਾਰੇ ਦੇ ਸਾਰੇ ਰਤਨਾਂ ਦੀ ਤਰ੍ਹਾਂ ਨੇ, ਅਤੇ ਉਹ ਰਤਨ ਪਰਮੇਸ਼ਰ ਰੂਪੀ ਸਮੁੰਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਉਹ ਪਰਮੇਸ਼ਰ ਕਹਿੰਦੇ ਸਮੁੰਦਰ ਦੀ ਤਰ੍ਹਾਂ ਹੈ, ਵੱਡੇ ਸਮੁੰਦਰ ਦੀ ਤਰ੍ਹਾਂ ਉਹ ਪਰਮੇਸ਼ਰ ਦਾ ਸਰੂਪ ਹੈ। ਅਥਾਹ ਡੂੰਘਾਈ ਵਾਲਾ ਹੈ, ਅਗਾਧ ਬੋਧ ਵਾਲਾ ਹੈ। ਕੋਈ ਆਖੇ ਕਿ ਉਹਦੇ ਵਿੱਚ ਇੰਨਾ ਕੁ ਗਿਆਨ ਹੈ, ਜੇਕਰ ਅਗਾਧ ਸਰੂਪ ਹੈ ਅਤੇ ਅਗਾਧ ਹੀ ਕਹਿੰਦੇ ਉਹਦਾ ਬੋਧ ਹੈ। ਪੂਰਾ ਗਿਆਨ ਨਹੀਂ ਕੋਈ ਉਹ ਪਰਮੇਸ਼ਰ ਦਾ ਕਰ ਸਕਦਾ, ਅਗਾਧ ਬੋਧ ਪਰਮੇਸ਼ਰ ਹੈ। ਉਹ ਪਰਮੇਸ਼ਰ ਫਿਰ ਕਵੀ ਅਨਾਥ ਜੀ ਕਹਿੰਦੇ ਕਿ ਸਮੁੰਦਰ ਦੀ ਤਰ੍ਹਾਂ ਜਗਤ ਦੇ ਵਿੱਚ ਪ੍ਰਗਟ ਅਵਨ ਗੁਰ ਅਰੁਣ। ਉਹ ਪਰਮੇਸ਼ਰ, ਉਹ ਗੁਰੂ ਪਾਤਸ਼ਾਹ ਫਿਰ ਪ੍ਰਗਟ ਹੀ ਧਰਤੀ ਦੇ ਉੱਪਰ ਸਮੁੰਦਰ ਦੀ ਨਿਆਈ ਹੈ। ਰਤਨ ਗਿਆਨ ਵਿਗਿਆਨ, ਰਤਨਾਂ ਦੀ ਤਰ੍ਹਾਂ ਉਸ ਵਿੱਚ ਪਰੋਕਸ਼ ਗਿਆਨ ਹੈ ਅਤੇ ਅਪਰੋਕਸ਼ ਗਿਆਨ ਹੈ। ਰਤਨਾਂ ਦੀ ਤਰ੍ਹਾਂ ਉਸ ਦੇ ਵਿੱਚ ਚੰਗੇ ਗੁਣ ਹਨ, ਚੰਗਾ ਜਪ ਤਪ ਉਹਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਜਿਵੇਂ ਪੰਡਿਤ ਹਰਦਿਆਲ ਜੀ ਆਪਣੇ ਗ੍ਰੰਥ ਵਿੱਚ ਕਿਹਾ ਕਿ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਨ। ਇਉਂ ਮ੍ਰਿਦਲ ਸੁਭਾਅ ਕਹਿੰਦੇ ਸੁੱਚ ਪਵਿੱਤਰਤਾ ਦੇ ਗੁਣ, ਜਪ ਤਪ ਪ੍ਰਾਪਤ ਹੋਣਾ ਜਿਹੜਾ ਏ, ਜਾਂ ਸਤ ਬਚਨ ਤਪ ਦਾਨ, ਸੱਚੇ ਬਚਨ ਕਹਿਣ ਦੀ ਜੋ ਸਮਰੱਥਾ ਆਉਣੀ, ਤਪ ਦੀ ਜੋ ਸਮਰੱਥਾ ਆਉਣੀ ਹੈ, ਦਾਨ ਕਰਨਾ ਜੋ ਹੈ, ਇਹ ਸਾਰੇ ਰਤਨਾਂ ਦੀ ਤਰ੍ਹਾਂ ਹੈ। ਅਤੇ ਇਹ ਰਤਨ ਕਹਿੰਦੇ ਉਸ ਪਰਮੇਸ਼ਰ ਸਮੁੰਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਪ੍ਰਭੂ ਹੈ ਪਾਤਸ਼ਾਹ ਜੀ, ਤੁਸੀਂ ਦਰਿਆਓ ਦੀ ਤਰ੍ਹਾਂ, ਸਭ ਤੁਝ ਹੀ ਮਾਹੇ, ਸਾਰੇ ਹੀ ਚੰਗੇ ਗੁਣ ਦੈਵੀ ਸੰਪਦਾ ਮਹਾਰਾਜ ਤੇਰੇ ਹੀ ਵਿੱਚ ਹੈ। ਤੁਝ ਬਿਨ ਦੂਜਾ ਕੋਈ ਨਾਹੇ। ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਇੱਕੋ ਇੱਕ ਮਹਾਰਾਜ ਤੂੰ ਹੈ, ਸਾਰਿਆਂ ਦੇ ਵਿੱਚ ਪਰਿਪੂਰਨ ਹੈ, ਸਾਰੇ ਤੇਰੇ ਵਿੱਚ ਹਨ, ਤੇਰੇ ਸਰੂਪ ਦੇ ਵਿੱਚ ਹਨ।
ਇਉਂ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ, ਤੂੰ ਇੱਕੋ ਇੱਕ ਦਾਤਾ ਕਹਿ ਲਈਏ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ। ਇੱਕੋ ਇੱਕ ਦਾਤਾ ਸੰਸਾਰ ਦੇ ਉੱਪਰ ਕਹਿੰਦੇ ਇੱਕੋ ਹੀ ਇੱਕ ਐਸਾ ਪਰਮੇਸ਼ਰ ਹੈ ਜਿਸ ਦੇ ਕੋਲੋਂ ਜੋ ਕੋਈ ਵੀ ਦਾਤ, ਜੋ ਕੁਝ ਵੀ ਪਦਾਰਥ ਮੰਗ ਲਈਏ ਤੇ ਉਹ ਦੇਣ ਵਾਲਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਐਸਾ ਹੈ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਸਾਰੇ ਸੁੱਖਾਂ ਦਾ ਦਾਤਾ ਹੈ। ਇਹ ਨਹੀਂ ਹੈ ਕਿ ਇੱਕ ਸੁੱਖ ਮਿਲਦਾ ਜਾਂ 2 ਮਿਲਦੇ ਆ, 10 ਮਿਲਦੇ ਆ, 20 ਮਿਲਦੇ ਆ। ਸਰਬ ਸੁੱਖਾਂ ਦਾ ਦਾਤਾ ਪਰਮੇਸ਼ਰ ਹੈ। ਕਾਮ ਧੇਨ ਬਸ ਜਾ ਕੇ ਇੱਥੋਂ ਤੱਕ ਕਹਿੰਦੇ ਸੁਰਗਾਂ ਦੀਆਂ ਜਿਹੜੀਆਂ ਇਹ ਕਾਮ 3 ਗਊਆਂ ਨੇ ਉਹ ਵੀ ਉਹਦੇ ਵਸ ਵਿੱਚ ਹਨ। ਜਿਸ ਕਾਮ 3 ਗਊ ਕਰਕੇ ਵੱਡਾ ਜੰਗ ਹੋਇਆ ਤੇ ਫਿਰ ਕਲਪ ਬ੍ਰਿਸ਼ ਇੱਕ ਆਖਿਆ ਜਾਂਦਾ ਹੈ, ਜਿਸ ਕਲਪ ਬ੍ਰਿਸ਼ ਕਰਕੇ ਭਗਵਾਨ ਕ੍ਰਿਸ਼ਨ ਨੇ ਜਾ ਕਰਕੇ ਇੰਦਰ ਦੇ ਨਾਲ ਜੰਗ ਕੀਤਾ। ਤੇ ਆਸਾ ਦੀ ਵਾਰ ਵਿੱਚ ਆਪਾਂ ਰੋਜ਼ ਬਚਨ ਸਰਵਣ ਕਰਦੇ ਹਾਂ ਕਿ ਭਗਵਾਨ ਕ੍ਰਿਸ਼ਨ ਨੇ ਆਪਣੀ ਗੋਪੀ ਦੀ ਇੱਛਾ ਨੂੰ ਪੂਰੀ ਕਰਨ ਦੇ ਲਈ ਉਹ ਕਲਪ ਬ੍ਰਿਸ਼ ਜੋ ਹੈ ਉਹ ਸੁਰਗਾਂ ਤੋਂ ਫਿਰ ਧਰਤੀ ਤੇ ਲੈ ਕੇ ਆਏ ਜੰਗ ਕਰਕੇ ਇੰਦਰ ਦੇ ਨਾਲ। ਪਾਰ ਜਾਤ ਗੋਪੀ ਲੈ ਆਇਆ, ਮਿੰਦਰਾ ਬਨ ਮਹਿਰੰਗ ਕੀਆ। ਐਸੇ ਇੱਛਾ ਨੂੰ ਪੂਰੀ ਕਰਨ ਵਾਲੇ ਕੁਝ ਕੁ ਸਾਧਨ ਕਲਪ ਬ੍ਰਿਸ਼ ਵਰਗੇ, ਕਾਮ 3 ਵਰਗੇ ਜਿਹੜੇ ਇੱਛਾ ਪੂਰਤੀ ਕਰਨ ਵਾਲੇ ਸੀ, ਉਹਨਾਂ ਕਰਕੇ ਵੱਡੇ ਜੰਗ ਹੋਏ। ਫਿਰ ਗੁਰਮੁਖਾਂ ਨੂੰ ਕਿਹੜਾ ਕਾਮ 3 ਗਊ ਬਖਸ਼ਿਸ਼ ਕੀਤੀ ਹੈ, ਕਿਹੜਾ ਕਲਪ ਬ੍ਰਿਸ਼ ਬਖਸ਼ਿਸ਼ ਕੀਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਰ ਜਾਤ ਇਹੋ ਹਰ ਕੋ ਨਾਮ, ਕਾਮ 3 ਹਰ ਹਰ ਗੁਣਗਾਮ। ਹਰੀ ਦਾ ਨਾਮ ਹੀ ਗੁਰਮੁਖਾਂ ਦੇ ਲਈ ਕਹਿੰਦੇ ਕਾਮ 3 ਗਊ ਦੀ ਤਰ੍ਹਾਂ ਹੈ, ਜਿਸ ਦੇ ਥੱਲੇ ਬੈਠ ਕਰਕੇ ਹਰ ਕੋਈ ਪਦਾਰਥ ਦੀ ਹਰ ਇੱਛਾ ਪ੍ਰਾਪਤ ਹੋ ਜਾਂਦੀ ਸੀ, ਇੱਛਾ ਪੂਰਤੀ ਹੁੰਦੀ ਸੀ। ਗੁਰਮੁਖਾਂ ਦੀ ਇੱਛਾ ਕਹਿੰਦੇ ਨਾਮ ਦੇ ਵਿੱਚੋਂ ਹੀ ਪੂਰੀ ਹੋ ਜਾਂਦੀ ਹੈ। ਪਾਰਜਤ ਕਲਪ ਬ੍ਰਿਸ਼ ਵੀ ਗੁਰਮੁਖਾਂ ਲਈ ਨਾਮ ਹੀ ਹੈ ਪਰਮੇਸ਼ਰ ਦਾ, ਕਾਮ 3 ਵੀ ਪਰਮੇਸ਼ਰ ਦਾ ਨਾਮ ਹੀ ਹੈ ਗੁਰਮੁਖਾਂ ਲਈ। ਇਉਂ ਸਤਿਗੁਰੂ ਪਾਤਸ਼ਾਹ ਜੀ ਤੇਰਾ ਨਾਮ ਹੀ ਸਾਰਾ ਕੁਝ ਹੈ। ਤੁਧ ਬਿਨ ਦੂਜਾ ਕੋਈ ਨਾਹੀਂ, ਤੇਰੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਹੈ। ਜੀ ਅਜੰਤ ਸਭ ਤੇਰਾ ਖੇਲ। ਜੀ ਅਜੰਤ ਵੱਡੇ ਤੇ ਛੋਟੇ ਜੰਤ ਜਿੰਨੇ ਵੀ ਹੈ ਸਤਿਗੁਰੂ ਤੇਰੇ ਹੀ ਪੈਦਾ ਕੀਤੇ ਹੋਏ ਆ, ਜਾਂ ਇਹ ਕਹਿ ਲਈਏ ਜੀ ਬ੍ਰਹਮਾ ਤੇ ਜੰਤ ਮੱਛਰ। ਵੱਡੇ ਬ੍ਰਹਮੇ ਦੇਵਤੇ ਤੋਂ ਲੈ ਕਰਕੇ ਮੱਛਰ ਤੱਕ, ਛੋਟੇ ਜੀਆਂ ਤੱਕ ਸਾਰਾ ਤੇਰਾ ਹੀ ਉਤਪੰਨ ਕੀਤਾ ਹੋਇਆ ਖੇਡ ਹੈ। ਸਾਰੀ ਤੇਰੀ ਹੀ ਰਚੀ ਹੋਈ ਮਹਾਰਾਜ ਜੀ ਖੇਡ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੀਟੀ ਤੇ ਕੁੰਚਰ ਅਸਥੂਲਾ, ਕੀੜੀ ਤੋਂ ਲੈ ਕਰਕੇ ਵੱਡੇ ਹਾਥੀ ਦੇ ਤਾਈਂ ਸਾਰੀ ਤੇਰੀ ਹੀ ਸਤਿਗੁਰੂ ਪਾਤਸ਼ਾਹ ਜੀ ਖੇਡ ਰਚਾਈ ਹੋਈ ਹੈ। ਸਾਰੇ ਜੀਵਾਂ ਨੂੰ ਤੂੰ ਆਪ ਆਪਣੇ ਹੁਕਮ ਦੇ ਵਿੱਚ ਚਲਾ ਰਿਹਾ। ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਵਿਜੋਗ ਜਿਹੜੇ ਪਰਮੇਸ਼ਰ ਤੋਂ ਪਹਿਲਾਂ ਹੀ ਵਿਛੜੇ ਹੋਏ ਆ, ਉਹਨਾਂ ਦਾ ਜਦੋਂ ਸੰਗਤ ਕਰੀਏ ਤੇ ਮਹਾਰਾਜ ਕਹਿੰਦੇ ਫਿਰ ਮਿਲੇ ਹੋਏ ਵੀ ਵਿਛੜ ਜਾਂਦੇ ਆ। ਕੁਸੰਗਤ ਕਰਾਂਗੇ, ਖੋਟੀ ਸੰਗਤ ਕਰਾਂਗੇ, ਪਰਮੇਸ਼ਰ ਤੋਂ ਵਿਛੋੜਾ ਹੋ ਜਾਂਦਾ ਹੈ। ਸੰਜੋਗੀ ਮੇਲ, ਜਿਹੜੇ ਸੰਜੋਗੀ ਹਨ ਉਹ ਪਰਮੇਸ਼ਰ ਦੇ, ਉਹਨਾਂ ਦਾ ਜਦੋਂ ਮੇਲ ਕਰੀਏ ਤੇ ਉਹ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦਿੰਦੇ ਹਨ। ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ। ਜਿਸ ਨੂੰ ਹੈ ਸੱਚੇ ਪਾਤਸ਼ਾਹ ਜੀ ਤੂੰ ਜਨਾਉਣਾ ਚਾਹੇ, ਆਪਣੇ ਸਰੂਪ ਨੂੰ ਜਨਾਉਣਾ ਚਾਹੇ, ਤਤ ਪਦ ਨੂੰ ਮਹਾਰਾਜ ਜਨਾਉਣਾ ਚਾਹੇ, ਉਹੀ ਸਤਿਗੁਰੂ ਪਾਤਸ਼ਾਹ ਤੇਰੇ ਸਰੂਪ ਨੂੰ ਜਾਣ ਸਕਦਾ। ਹੋਰ ਕੋਈ ਨਹੀਂ ਆਪਣੀ ਸਮਰੱਥਾ ਦੇ ਨਾਲ ਤੈਨੂੰ ਜਾਣ ਸਕਦਾ। ਜਿਸ ਨੂੰ ਤੂੰ ਉਪਦੇਸ਼ ਦੇਵੇਂ ਉਹੀ ਸਤਿਗੁਰੂ ਤੇਰੇ ਸਰੂਪ ਨੂੰ ਜਾਣ ਕਰਕੇ ਤੈਨੂੰ ਧਿਆਉਣ ਵਾਲਾ ਬਣ ਜਾਂਦਾ। ਜਿਸ ਨੂੰ ਚੰਗੇ ਕਰਮ ਦੇਵੀ ਸੰਪਦਾ ਦੇ ਗੁਣ ਬਖਸ਼ਿਸ਼ ਕਰੇ ਉਹੀ ਆਪਣੇ ਜੀਵਨ ਦੇ ਵਿੱਚ ਮਹਾਰਾਜ ਚੰਗੇ ਕਰਮਾਂ ਨੂੰ ਧਾਰਨ ਕਰਨ ਵਾਲਾ ਬਣ ਜਾਂਦਾ। ਆਪਣੇ ਯਤਨਾਂ ਦੇ ਨਾਲ ਕੋਈ ਦਾਨ ਕਰਨਾ ਚਾਹੇ ਤੇ ਉਹ ਦਾਨ ਵੀ ਨਹੀਂ ਕਰ ਸਕਦਾ। ਆਪਣੇ ਯਤਨਾਂ ਨਾਲ ਕੋਈ ਆਖੇ ਕਿ ਮੈਂ ਗਰੀਬਾਂ ਦੇ ਵਿੱਚ ਜਾ ਕਰਕੇ ਉਹਨਾਂ ਦੀ ਸੇਵਾ ਕਰਾਂ, ਉਹ ਵੀ ਸਤਿਗੁਰੂ ਤੇਰੀ ਮਰਜ਼ੀ ਤੋਂ ਬਿਨਾਂ ਨਹੀਂ ਕਰ ਸਕਦਾ। ਤੇਰੀ ਮਰਜ਼ੀ ਤੋਂ ਬਿਨਾਂ ਮਹਾਰਾਜ ਕੋਈ ਕਾਰਜ ਨਹੀਂ ਹੋ ਸਕਦਾ। ਤੇ ਇਹ ਤੇ ਫੇਰ ਸਭ ਤੋਂ ਵੱਡਾ ਕਾਰਜ ਹੈ ਤੇਰੇ ਸਰੂਪ ਨੂੰ ਹੀ ਜਾਣ ਲੈਣਾ। ਇਹ ਤੇ ਮਹਾਰਾਜ ਸਾਰਿਆਂ ਤੋਂ ਔਖਾ ਤੇ ਸਭ ਤੋਂ ਵੱਡਾ ਕਾਰਜ ਹੈ। ਜਿਸ ਨੂੰ ਤੂੰ ਆਪ ਜਨਾਉਣਾ ਚਾਹੇ ਮਹਾਰਾਜ
ਉਹੋ ਹੀ ਤੇਰੇ ਸਰੂਪ ਨੂੰ ਸੱਚੇ ਪਾਤਸ਼ਾਹ ਜਾਣ ਸਕਦਾ ਹੈ। ਹਰ ਗੁਣ ਸਦ ਹੀ ਆਖ ਵਖਾਣ। ਇਸ ਕਰਕੇ ਭਾਈ ਹਰੀ ਪਰਮੇਸ਼ਰ ਦੇ ਸਦਾ ਹੀ ਗੁਣ ਆਖਣਾ ਕਰੋ, ਵਖਿਆਨ ਕਰਨਾ ਕਰੋ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਉਸ ਹਰੀ ਪਰਮੇਸ਼ਰ ਨੂੰ ਮਾਨ ਕਰਕੇ, ਤਨ ਕਰਕੇ, ਬਾਣੀ ਕਰਕੇ ਸਿਮਰਨਾ ਕੀਤਾ ਹੈ, ਸੇਵਨਾ ਕੀਤਾ ਹੈ, ਉਹਨਾਂ ਨੇ ਸਦਾ ਅਤੀਤ ਸੁੱਖ ਨੂੰ ਪ੍ਰਾਪਤ ਕੀਤਾ ਹੈ। ਅਨੰਤ ਸੁੱਖਾਂ ਦੀ ਉਹਨਾਂ ਉੱਪਰ ਵਰਖਾ ਹੋਈ ਹੈ। ਸਹਜੇ ਹੀ ਹਰ ਨਾਮ ਸਮਾਇਆ। ਸਹਿਜੇ ਹੀ ਨਾਮ ਦੇ ਵਿੱਚ ਉਹ ਸਮਾ ਗਏ ਹੈ, ਨਾਮ ਦੇ ਵਿੱਚ ਲੀਨ ਹੋ ਗਏ ਹੈ। ਸਹਿਜੇ ਤੋਂ ਭਾਵ ਗਿਆਨ ਦੇ ਸਹਿਤ, ਜਾਂ ਸਹਿਜੇ ਤੋਂ ਭਾਵ ਧੀਰਜ ਦੇ ਸਹਿਤ, ਸਨਿਮਰ ਦੇ ਸਹਿਤ ਉਹ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਂਦੇ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਸਹਿਜ ਸਹਿਜ ਗੁਣ ਰਮੈ ਕਬੀਰਾ। ਸਹਿਜ ਦੇ ਨਾਲ ਕਹਿੰਦੇ ਪਰਮੇਸ਼ਰ ਦੇ ਗੁਣ ਹੁਣ ਅਸੀਂ ਗਾਇਨ ਕਰਦੇ ਹਾਂ। ਇਉਂ ਕਹਿੰਦੇ ਪਰਮੇਸ਼ਰ ਦੇ ਗਿਆਨ ਦੇ ਨਾਲ ਜਾਂ ਪਰਮੇਸ਼ਰ ਦੇ ਗੁਣਾਂ ਨੂੰ ਸਹਿਜੇ ਧਿਆ ਕਰਕੇ ਉਹਦੇ ਨਾਮ ਵਿੱਚ ਗੁਰਮੁਖ ਜਨ ਲੀਨ ਹੋ ਜਾਂਦੇ ਹਨ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਇਹ ਸਤਿਗੁਰੂ ਪਾਤਸ਼ਾਹ ਜੀ, ਤੂੰ ਆਪ ਹੀ ਕਰਨ ਵਾਲਾ ਹੈ, ਤੇਰਾ ਕੀਤਾ ਹੀ ਸਾਰਾ ਕੁਝ ਹੋ ਰਿਹਾ। ਜੋ ਤੂੰ ਕਰਦਾ ਹੈ ਉਹੋ ਹੀ ਮਹਾਰਾਜ ਹੁੰਦਾ ਹੈ। ਤੁਧ ਬਿਨ ਦੂਜਾ ਅਵਰ ਨਾ ਕੋਏ। ਤੇਰੇ ਤੋਂ ਬਿਨਾਂ ਹੈ ਮਹਾਰਾਜ ਜੀ ਦੂਜਾ ਕੋਈ ਨਹੀਂ ਹੈ। ਤੂੰ ਇੱਕੋ ਇੱਕ ਆ ਮਹਾਰਾਜ, ਜਿਹੜਾ ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਚਲਾ ਸਕਦਾ ਹੈ, ਸਾਰਿਆਂ ਨੂੰ ਆਪਣੇ ਹੁਕਮ ਦੇ ਵਿੱਚ ਕਾਰ ਕਰਵਾ ਸਕਦਾ ਹੈ। ਤੂੰ ਕਰ ਕਰ ਵੇਖਹਿ ਜਾਣਹਿ ਸੋਏ। ਆਪ ਹੀ ਮਹਾਰਾਜ ਤੂੰ ਸ੍ਰਿਸ਼ਟੀ ਨੂੰ ਪੈਦਾ ਕਰ ਕਰਕੇ ਵੇਖਣ ਵਾਲਾ ਹੈ, ਉਹਨਾਂ ਦੇ ਚੰਗੇ ਮਾੜੇ ਕਰਮਾਂ ਨੂੰ ਵੇਖਣ ਵਾਲਾ ਹੈ। ਜਾਣ ਹੈ ਸੋਏ, ਆਪ ਹੀ ਮਹਾਰਾਜ ਸੋਏ ਉਹਨਾਂ ਨੂੰ ਜਾਣਨ ਵਾਲਾ ਹੈ। ਆਪ ਹੀ ਉਹਨਾਂ ਨੂੰ ਪੈਦਾ ਕਰਕੇ ਮਹਾਰਾਜ ਜੀ ਉਹ ਦਾਨਾ ਬੀਨਾ ਸੁਭਾਅ ਧਾਰਨ ਕਰਨ ਵਾਲਾ ਹੈ। ਜਾਂ ਜਾਣ ਹੈ ਸੋਏ, ਪਰਮੇਸ਼ਰ ਉਹਨਾਂ ਦੀ ਸੋਏ ਸੋਭਾ ਨੂੰ ਜਾਣਨ ਵਾਲਾ ਹੈ। ਆਪ ਹੀ ਸਤਿਗੁਰੂ ਮਹਾਰਾਜ ਕਰ ਕਰ ਵੇਖ ਹੈ, ਵੱਡੇ ਕਰਕੇ ਨਾ ਜੀਵਾਂ ਨੂੰ ਨਾਮ ਦੇ ਕਰਕੇ, ਉਹਨਾਂ ਨੂੰ ਵੱਡੇ ਕਰਕੇ ਜਗਤ ਦੇ ਵਿੱਚ ਫਿਰ ਉਹਨਾਂ ਦੀ ਸ਼ੋਭਾ ਨੂੰ ਦੇਖਦਾ ਹੈ ਕਿ ਸਾਰਾ ਜਗਤ ਉਹਨਾਂ ਜੀਆਂ ਦੀ ਕਿਵੇਂ ਸ਼ੋਭਾ ਕਰ ਰਿਹਾ ਹੈ। ਜਾਣ ਹੈ ਸੋਏ, ਫਿਰ ਉਹਨਾਂ ਦੀ ਸ਼ੋਭਾ ਨੂੰ ਜਾਣਦਾ ਹੈ ਕਿ ਜਗਤ ਵਿੱਚ ਉਹਨਾਂ ਦੀ ਕਿਵੇਂ ਸ਼ੋਭਾ ਹੋ ਰਹੀ ਹੈ। ਜਿਵੇਂ ਭਾਈ ਗੁਰਦਾਸ ਜੀਆਂ ਨੇ ਵਚਨ ਕੀਤੇ ਹੈ ਕਿ ਜਗਤ ਭਗਤ ਭਗਤ ਜਗ ਵੱਜਿਆ, ਚਾਹ ਚੱਕਾਂ ਦੇ ਵਿੱਚ ਚਮਰੇਟਾ। ਐਸੇ ਚਮਾਰ ਜਾਤੀ ਵਾਲੇ ਜਦੋਂ ਨਾਮ ਜਪਿਆ, ਕਹਿੰਦੇ ਪਰਮੇਸ਼ਰ ਨੇ ਨੀਚ ਜਾਤ ਤੋਂ ਉੱਚ ਜਾਤ ਵਾਲੇ ਬਣਾ ਦਿੱਤਾ, ਉੱਚੀ ਜਾਤ ਵਾਲੇ ਕਰ ਦਿੱਤਾ। ਤੇ ਫਿਰ ਬੈਠ ਕਰਕੇ ਆਪਣੇ ਭਗਤਾਂ ਦੀ ਸ਼ੋਭਾ ਜਾਣਦੇ ਹੈ ਕਿ ਕਿਵੇਂ ਜਗਤ ਵਿੱਚ ਹੋ ਰਹੀ ਹੈ। ਹੇ ਮਹਾਰਾਜ, ਤੂੰ ਸ਼ੋਭਾ ਤੇ ਅਸ਼ੋਭਾ ਵੀ ਕਹਿ ਲਈਏ, ਤੂੰ ਆਪ ਹੀ ਜਾਣਨ ਵਾਲਾ ਜੀਵਾਂ ਦੀ ਪੈਦਾ ਕਰ ਕਰਕੇ। ਸਤਿਗੁਰੂ ਮਹਾਰਾਜ ਸਾਰਿਆਂ ਦੇ ਤਾਈਂ ਉਹਨਾਂ ਦੇ ਚੰਗੇ ਮਾੜੇ ਕਰਮਾਂ ਨੂੰ ਵੇਖਣ ਵਾਲਾ, ਨਿਰਖਣ ਵਾਲਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਇਉਂ ਐਸਾ ਉਹ ਮੁਖੀ ਗੁਰੂ ਹੈ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੇ ਜਨ ਦਾਸ ਬਣ ਕੇ ਉਸ ਨੂੰ ਧਿਆਇਆ ਏ। ਉਹਨਾਂ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦਾ ਸਰੂਪ ਪ੍ਰਗਟ ਹੋ ਗਿਆ ਏ, ਜਾਂ ਗੁਰੂ ਦਾ ਜੋ ਗਿਆਨ ਹੈ ਉਹ ਅੰਦਰ ਪ੍ਰਗਟ ਹੋ ਜਾਂਦਾ ਹੈ, ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਖਿੜਾਅ ਹੋ ਜਾਂਦਾ ਹੈ। ਉਹ ਜੋਤ ਅੰਦਰ ਅਨੁਭਵ ਹੋਣ ਲੱਗ ਜਾਂਦੀ ਹੈ। ਤੇ ਇੱਕ ਤੇ ਗਿਆਨ ਜਿਹੜਾ ਗ੍ਰੰਥਾਂ ਨੂੰ ਪੜ੍ਹ ਕੇ ਲਿਆ ਜਾਵੇ, ਕਿਸੇ ਵਿਦਿਆ ਦਾਤੇ ਤੋਂ ਸਿੱਖਿਆ ਜਾਵੇ, ਪਰ ਜਦੋਂ ਕਹਿੰਦੇ ਪਰਮੇਸ਼ਰ ਦੇ ਦਾਸ ਬਣ ਕੇ ਕੋਈ ਉਸ ਪਰਮੇਸ਼ਰ ਨੂੰ ਧਿਆਉਂਦਾ ਤੇ ਉਹਨਾਂ ਨੂੰ ਅਨੁਭਵੀ ਗਿਆਨ ਹੋ ਜਾਂਦਾ। ਅਨੁਭਵ ਗਿਆਨ ਦੇ ਉਹ ਬਿਮਾਨੀ ਬਣ ਜਾਂਦੇ ਆ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਵਿਚਾਰ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸਤਿਗੁਰੂ ਮਹਾਰਾਜ ਅਤੇ ਮਹਾਰਾਜ ਜੀ ਦੀ ਖਾਲਸਾ ਸਾਧ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਅਗਾਂਹ ਤੋਂ ਸਮਤ ਬਖਸ਼ਣੀ। ਹੁਣ ਇੱਥੇ ਹੀ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਲੇਖਿਆ ਕਥੈ ਨਾ ਛੁੱਟੀ ਹੈ, ਖਿਨ ਖਿਨ ਭੁੱਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਤੂੰ ਕਰ ਕਰ ਵੇਖਹਿ ਜਾਣਹਿ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਵਾਹ।